ਸਪਲਾਈ ਮੰਤਰੀ ਪੰਜਾਬ ਦੇ ਭਾਰਤ ਭੂਸ਼ਣ ਆਸ਼ੂ ਨੇ ਫੋਨ ਲਾਈਨ ਤੇ। ਆਸ਼ੂ ਸਾਹਿਬ, ਕੀ ਕਹੋਗੇ ਤੁਸੀਂ ਜੋ ਇਹ ਫੈਸਲਾ ਕੇਂਦਰ ਦੇ ਵੱਲੋਂ ਲਿਆ ਗਿਆ ਹੈ, ਹਾਲ ਹੀ ਦੇ ਵਿੱਚ ਮੰਗ ਮੰਨ ਲਈ ਗਈ ਹੈ, ਕੱਲ ਤੋਂ ਹੀ ਖਰੀਦ ਸ਼ੁਰੂ ਹੋਏਗੀ? ਬਿਲਕੁਲ ਠੀਕ ਹੈ, ਸਾਨੂੰ ਟੈਲੀਫੋਨਿਕਲੀ ਕਨਵੇ ਹੋ ਗਿਆ ਕੱਲ ਤੋਂ ਸੈਂਟਰ ਗਵਰਨਮੈਂਟ ਵੱਲੋਂ। ਸੈਕਟਰੀ ਫੂਡ ਉਹਨਾਂ ਨੇ ਕਨਵੇ ਕਰ ਦਿੱਤਾ ਹੋਇਆ ਸੀ। ਕੱਲ ਤੋਂ ਸਾਡੀਆਂ ਤਿਆਰੀਆਂ ਤਾਂ ਪਹਿਲਾਂ ਤੋਂ ਹੀ ਪੂਰੀਆਂ ਸੀਗੀਆਂ। ਅਸੀਂ ਕੱਲ ਤੋਂ ਖਰੀਦ ਸ਼ੁਰੂ ਕਰ ਰਹੇ ਹਾਂ। ਕੱਲ ਜਿਵੇਂ ਸਾਡੇ ਸੀਐਮ ਚੰਨੀ ਸਾਹਿਬ ਪ੍ਰਧਾਨ ਮੰਤਰੀ ਜੀ ਨੂੰ ਮਿਲ ਕੇ ਆਏ ਔਰ ਕਿਸਾਨ ਜਥੇਬੰਦੀਆਂ ਦੀ ਡਿਮਾਂਡ ਦੇਖਦੇ ਹੋਏ ਜੋ ਕੇਂਦਰ ਸਰਕਾਰ ਨੇ ਸਹੀ ਫੈਸਲਾ ਲਿੱਤਾ ਹੈ, ਮੈਂ ਕੇਂਦਰ ਸਰਕਾਰ ਦਾ ਧੰਨਵਾਦ ਕਰਦਾ ਔਰ ਖਾਸ ਤੌਰ ਤੇ ਐਪਰੀਸ਼ੀਏਟ ਕਰਦਾ ਸੀਐਮ ਸਾਹਿਬ ਚਰਨਜੀਤ ਚੰਨੀ ਹੁਣਾਂ ਨੇ ਜੋ ਐਫਰਟ ਕਰਿਆ, ਬੜਾ ਟਾਈਮਲੀ ਐਫਰਟ ਕਰਿਆ। ਪ੍ਰਧਾਨ ਮੰਤਰੀ ਨੂੰ ਮਿਲੇ ਜਾ ਕੇ ਤੇ ਉਹਨਾਂ ਨੂੰ ਇਹ ਰਿਕੁਐਸਟ ਕਰੀ ਜੋ ਕਿਸਾਨਾਂ ਦੀ ਵਾਜਬ ਰਿਕੁਐਸਟ ਸੀਗੀ, ਉਹਨਾਂ ਤੇ ਜਿਸ ਤਰੀਕੇ ਦਾ ਰਿਸਪੌਂਸ ਆਇਆ, ਚੰਨੀ ਸਾਹਿਬ ਦੀਆਂ ਸਰਵਿਸਿਜ਼ ਦੀ ਐਪਰੀਸੀਏਸ਼ਨ ਤੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ। ਜੀ ਆਸ਼ੂ ਸਾਹਿਬ, ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਮੁਲਾਕਾਤ ਕੱਲ ਸੀ ਚੰਨੀ ਸਾਹਿਬ ਦੀ ਜੋ ਤੁਸੀਂ ਜ਼ਿਕਰ ਕਰ ਰਹੇ ਹੋ, ਦੂਜੀ ਮੁਲਾਕਾਤ ਅੱਜ ਸੀਗੀ ਅਸ਼ਵਨੀ ਚੌਬੇ ਹੋਰਾਂ ਦੇ ਨਾਲ, ਮਨੋਹਰ ਲਾਲ ਹੋਰਾਂ ਦੀ, ਉਸ ਦਾ ਜ਼ਿਕਰ ਮੈਂ ਕਰ ਰਹੀ ਹਾਂ। ਸੋ ਕੀ ਲੱਗਦਾ ਕਿਸ ਦੇ ਜ਼ਿਆਦਾ ਅਸਰ ਪਿਆ ਹੈਗਾ ਕਿ ਵੱਡੀ ਇੱਕ ਦੇਣ ਕਹਿ ਸਕਦੇ ਹਾਂ ਚੰਨੀ ਸਾਹਿਬ ਦੀ, ਜਿਵੇਂ ਤੁਸੀਂ ਕਹਿ ਰਹੇ ਹੋ? ਇਹਦੇ ਚ ਕੋਈ ਉਹ ਕ੍ਰੈਡਿਟ ਵਾਰ ਨਹੀਂ ਹੈ ਜੀ। ਇਹ ਬਿਲਕੁਲ ਵਾਜਬ ਡਿਮਾਂਡ ਸੀਗੀ ਹਰਿਆਣੇ ਔਰ ਪੰਜਾਬ ਦੇ ਕਿਸਾਨਾਂ ਦੀ, ਜਿਹਦੇ ਵਾਸਤੇ ਉਹਨਾਂ ਦੇ ਨੁਮਾਇੰਦਿਆਂ ਨੂੰ ਐਫਰਟ ਕਰਨਾ ਹੀ ਚਾਹੀਦਾ ਸੀਗਾ ਜੀ। ਐਫਰਟ ਚੰਨੀ ਸਾਹਿਬ ਨੇ ਬੜਾ ਟਾਈਮਲੀ ਕਰਿਆ। ਖੱਟੜ ਸਾਹਿਬ ਵੀ ਮਗਰੋਂ ਪਹੁੰਚੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰੂੰਗਾ ਔਰ ਮੈਂ ਤਾਂ ਐਪਰੀਸ਼ੀਏਟ ਕਰੂੰਗਾ ਵੀ ਇਹਨਾਂ ਦੋਨਾਂ ਦੀ ਡਿਮਾਂਡ ਨੂੰ ਬੜਾ ਇਮੀਡੀਏਟ ਉਹਨਾਂ ਨੇ ਰਿਸਪੌਂਡ ਕਰਿਆ, ਮੋਦੀ ਸਾਹਿਬ ਨੇ ਤੇ ਨਾਲੇ ਕੇਂਦਰ ਸਰਕਾਰ ਨੇ। ਮੈਂ ਉਹਨਾਂ ਦਾ ਵੀ ਧੰਨਵਾਦ ਕਰੂੰਗਾ। ਇੱਕ ਜ਼ਿਕਰ ਹੋਰ ਕਰਾਂਗੇ ਆਸ਼ੂ ਸਾਹਿਬ, ਕਿਉਂਕਿ ਹੁਣੇ ਹਰਮੀਤ ਕਾਦੀਆ ਵੀ ਫੋਨ ਲਾਈਨ ਤੇ ਜੁੜੇ ਸੀਗੇ ਸਾਡੇ ਨਾਲ। ਉਹਨਾਂ ਨੇ ਕਿਹਾ ਕਿ ਇੱਕ ਮੰਗ ਹੋਰ ਹੈਗੀ ਹੈ ਕਿ ਨਮੀ ਦੀ ਮਾਤਰਾ ਨੂੰ ਥੋੜਾ ਜਿਹਾ ਵਧਾ ਦਿੱਤਾ ਜਾਏ ਜੇਕਰ ਹੁੰਦੀ ਹੈ, ਕਿਉਂਕਿ ਇਸ ਦੇ ਨਾਲ ਖੱਜਲ ਖੁਆਰੀ ਵੀ ਹੁੰਦੀ ਹੈ ਕਿਸਾਨਾਂ ਦੀ ਔਰ ਆਰਥਿਕ ਤੌਰ ਤੇ ਵੀ ਘਾਟਾ ਪੈਂਦਾ ਕਿਉਂਕਿ ਬਰਸਾਤ ਦਾ ਮੌਸਮ ਚੱਲ ਰਿਹਾ ਹੈ। ਬਿਲਕੁਲ, ਮੈਂ ਉਹਦੇ ਵਾਸਤੇ ਕੇਂਦਰ ਸਰਕਾਰ ਨੂੰ ਰਿਲੈਕਸ ਕਰਨ ਨੂੰ ਆਖਾਂਗੇ, ਪਰ ਹਾਲ ਦੀ ਘੜੀ ਮੈਂ ਕਿਸਾਨਾਂ ਨੂੰ ਵੀ ਆਖਾਂਗਾ ਵੀ ਥੋੜਾ ਜਿਹਾ ਆਪਣੀ ਫਸਲ ਦਾ ਦੀ ਨਮੀ ਦੀ ਮਾਤਰਾ ਨੂੰ ਦੇਖਦੇ ਹੋਏ ਮੰਡੀਆਂ ਦੇ ਵਿੱਚ ਥੋੜਾ ਸੁਕਾ ਕੇ ਲੈ ਕੇ ਆਣ ਤਾਂ ਕਿ ਉਹਨਾਂ ਦੀ ਖੱਜਲ ਖਰਾਬੀ ਨਾ ਹੋ ਸਕੇ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ तमाम ਗੱਲਬਾਤ ਲਈ ਭਾਰਤ ਭੂਸ਼ਣ ਆਸ਼ੂ ਜੀ, ਧੰਨਵਾਦ। ਸੋ ਗੱਲਬਾਤ ਜਿਹੜੀ ਹੈ ਉਹ ਹਰਿਆਣਾ ਸਰਕਾਰ ਦੇ ਵੱਲੋਂ ਕਹਿ ਸਕਦੇ ਆ ਕੀਤੀ ਗਈ ਕੇਂਦਰ ਦੇ ਨਾਲ, ਔਰ ਬੀਤੇ ਦਿਨ ਇੱਕ ਮੁਲਾਕਾਤ ਜਿਹੜੀ ਹੈ ਚਰਨਜੀਤ ਚੰਨੀ ਹੋਰਾਂ ਦੇ ਵੱਲੋਂ ਪੀਐਮ ਨਰਿੰਦਰ ਮੋਦੀ ਦੇ ਨਾਲ ਸਿੱਧੀ ਕੀਤੀ ਗਈ ਸੀ ਔਰ ਪਹਿਲੀ ਮੰਗ ਉਹਨਾਂ ਨੇ ਹੀ ਰੱਖੀ ਸੀ ਕਿ ਜੋ ਕਿਸਾਨ ਮੰਗ ਕਰ ਰਹੇ ਨੇ ਕਿ ਉਹਨਾਂ ਦੀ ਖਰੀਦ ਜਿਹੜੀ ਆ ਝੋਨੇ ਦੀ ਉਹ ਜਲਦੀ ਹੀ ਸ਼ੁਰੂ ਹੋਵੇ, 11 ਤਰੀਕ ਨੂੰ ਨਾ ਹੋਵੇ, ਕਿਉਂਕਿ ਇੰਨੇ ਦਿਨਾਂ ਤੱਕ ਉਹ ਆਪਣੀ ਫਸਲ ਜਿਹੜੀ ਆ ਉਹ ਸਾਂਭ ਕੇ ਨਹੀਂ ਰੱਖ ਸਕਦੇ, ਜਿਸ ਦੇ ਨਾਲ ਵੱਡਾ ਘਾਟਾ ਪੈ ਸਕਦਾ ਹੈ। ਔਰ ਤੁਰਤ ਹੀ ਯਾਨੀ ਕਿ ਤੁਰੰਤ ਹੀ ਉਹਨਾਂ ਦੇ ਵੱਲੋਂ ਜਿਹੜਾ ਹੈ ਉਹ ਦਿੱਲੀ ਲਈ ਰਵਾਨਾ ਹੋਇਆ ਗਿਆ, ਜਦੋਂ ਤੋਂ ਹੀ ਫੈਸਲਾ ਕੇਂਦਰ ਦੇ ਵੱਲੋਂ ਕੀਤਾ ਗਿਆ ਸੀ। ਸੋ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਚੌਪਰ ਦੇ ਜ਼ਰੀਏ ਦਿੱਲੀ ਦੀ ਰਵਾਨਗੀ ਕੀਤੀ ਔਰ ਜਾਂਦੇ ਹੀ 4 ਵਜੇ ਦੇ ਕਰੀਬ ਮੁਲਾਕਾਤ ਦੇ ਲਈ ਪਹੁੰਚ ਗਏ ਸੀਗੇ ਔਰ ਵਾਜਬ ਮੁਲਾਕਾਤ ਚੰਗੇ ਮਾਹੌਲ ਦੇ ਵਿੱਚ ਹੋਈ, ਜਿਸ ਦਾ ਜ਼ਿਕਰ ਭਾਰਤ ਭੂਸ਼ਣ ਆਸ਼ੂ ਵੀ ਕਰ ਰਹੇ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹ ਮੁਲਾਕਾਤ ਸੀ ਇੱਕ ਅੱਜ ਦੀ ਮੁਲਾਕਾਤ, ਯਾਨੀ ਕਿ ਦੋਵਾਂ ਲੀਡਰਾਂ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਦਾ ਵੀ ਧੰਨਵਾਦ ਕਰਦੇ ਨਜ਼ਰ ਆਏ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਦਾ ਵੀ, ਦੋਵਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਜਾ ਕੇ ਕੇਂਦਰ ਦੇ ਨਾਲ ਗੱਲਬਾਤ ਕੀਤੀ ਤੇ ਕਿਸਾਨਾਂ ਨੂੰ ਹੁਣ ਸੌਖਾ ਕਰ ਦਿੱਤਾ, ਕਿਉਂਕਿ ਕੱਲ ਤੋਂ ਹੀ ਆਪਣੀ ਜਿਹੜੀ ਫਸਲ ਹੈ ਉਹ ਵੇਚ ਸਕਣਗੇ। ਪਰ ਇੱਕ ਨਾਲ ਹੀ ਇੱਕ ਸੁਨੇਹਾ ਵੀ ਦਿੱਤਾ ਭਾਰਤ ਭੂਸ਼ਣ ਆਸ਼ੂ ਨੇ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਕਿ ਤੁਸੀਂ ਆਪਣੀ ਫਸਲ ਜਿਹੜੀ ਹੈ ਉਹ ਪੂਰਨ ਤੌਰ ਤੇ ਸੁਕਾ ਕੇ ਲੈ ਕੇ ਆਓ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਤੁਹਾਨੂੰ ਦਰਪੇਸ਼ ਨਾ ਹੋਵੇ, ਖੱਜਲ ਖੁਆਰੀ ਤੋਂ ਤੁਸੀਂ ਬਚ ਜਾਓ, ਆਰਥਿਕ ਘਾਟੇ ਤੋਂ ਬਚ ਜਾਓ, ਕਿਉਂਕਿ ਜਦੋਂ ਇੱਕ ਟਰਾਲੀ ਆਉਂਦੀ ਹੈ ਉਸ ਨੂੰ ਲੱਦਣ ਦੇ ਲਈ ਫਸਲ ਨੂੰ, ਉਸ ਤੋਂ ਬਾਅਦ ਉਸ ਨੂੰ ਲਾਉਣ ਦੇ ਲਈ, ਉਸ ਨੂੰ ਸੁਕਾਉਣ ਦੇ ਲਈ ਉਹ ਸਾਰੀ ਲੇਬਰ ਦਾ ਖਰਚਾ ਜਿਹੜਾ ਹੈ ਉਹ ਸਾਫ਼ ਤੌਰ ਤੇ ਕਿਸਾਨਾਂ ਦਾ ਹੀ ਹੁੰਦਾ। ਸੋ ਇਸ ਕਰਕੇ ਉਹਨਾਂ ਨੂੰ ਸਮੱਸਿਆ ਨਾ ਆਵੇ, ਇਸ ਕਰਕੇ ਜਿਹੜੀ ਫਸਲ ਹੈ ਉਹ ਸੁਕਾ ਕੇ ਹੀ ਮੰਡੀਆਂ ਦੇ ਵਿੱਚ ਲਿਆਂਦੀ ਜਾਏ। ਇਹ ਭਾਰਤ ਭੂਸ਼ਣ ਆਸ਼ੂ ਫੂਡ ਸਪਲਾਈ ਮੰਤਰੀ ਪੰਜਾਬ ਦੇ ਬੇਨਤੀ ਕਰ ਰਹੇ ਸੀ, ਅਪੀਲ ਕਰ ਰਹੇ ਸੀ ਪੰਜਾਬ ਦੇ ਕਿਸਾਨਾਂ ਨੂੰ, ਸੋ ਤਾਂ ਕਿ ਪੂਰਨ ਤੌਰ ਤੇ ਜਿਹੜੀ ਹੈ ਉਹ ਖਰੀਦ ਸੁਖਾਲੇ ਤਰੀਕੇ ਦੇ ਨਾਲ ਹੋ ਸਕੇ ਔਰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਔਰ ਨਮੀ ਦੀ ਮਾਤਰਾ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਭਰੋਸਾ ਦਿੱਤਾ ਹੈ ਕਿ ਅੱਗੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਤਾਂ ਕਿ ਕੋਈ ਵੀ ਜਿਹੜੀ ਹੈ ਉਹ ਜੇਕਰ ਕਿਸਾਨਾਂ ਨੂੰ ਕੁਝ ਮੁਸ਼ਕਿਲ ਆਉਂਦੀ ਹੈ ਨਮੀ ਦੀ ਮਾਤਰਾ ਨੂੰ ਲੈ ਕੇ, ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਕਦਾ ਪ੍ਰਤੀਸ਼ਤ ਘੱਟ ਵੱਧ ਹੋਣੀ ਚਾਹੀਦੀ ਹੈ, ਉਸ ਦੇ ਲਈ ਵੀ ਉਹ ਜ਼ਰੂਰ ਅੱਗੇ ਦਰਖਾਸਤ ਕਰਨਗੇ। ਸੋ ਫਿਲਹਾਲ ਇੱਕ ਵੱਡੀ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਦਰਸ਼ਕਾਂ ਤੱਕ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਵੱਡਾ ਫੈਸਲਾ ਕੇਂਦਰ ਦੇ ਵੱਲੋਂ ਲਿਆ ਗਿਆ ਹੈ। ਕੱਲ ਤੋਂ ਹੀ ਝੋਨੇ ਦੀ ਖਰੀਦ ਹੋਏਗੀ, ਕੱਲ ਤੋਂ ਯਾਨੀ ਕਿ 3 ਅਕਤੂਬਰ ਤੋਂ ਤੁਸੀਂ ਆਪਣਾ ਝੋਨਾ ਜਿਹੜਾ ਮੰਡੀਆਂ ਦੇ ਵਿੱਚ ਲਿਜਾ ਕੇ ਵੇਚ ਸਕਦੇ ਹੋ, ਕਿਉਂਕਿ 11 ਤਰੀਕ ਕਰ ਦਿੱਤੀ ਗਈ ਸੀ ਔਰ ਉਸ ਵੇਲੇ ਤੱਕ ਫਸਲਾਂ ਜਿਹੜੀਆਂ ਕੱਟੀਆਂ ਹੋਈਆਂ ਨੇ, ਜਿਹੜੀਆਂ ਭਰੀਆਂ ਹੋਈਆਂ ਨੇ, ਮੰਡੀ ਤੱਕ ਪਹੁੰਚੀਆਂ ਹੋਈਆਂ ਨੇ, ਉਹ ਸਾਰੀਆਂ ਖਰਾਬ ਹੋਣ ਦਾ ਖਦਸ਼ਾ ਸੀਗਾ, ਕਿਉਂਕਿ ਮੌਸਮ ਜਿਹੜਾ ਹੈ ਉਸਦਾ ਕੁਝ ਨਹੀਂ ਪਤਾ, ਕਦੋਂ ਬਰਸਾਤ ਹੋ ਜਾਵੇ, ਕਦੋਂ ਮੁਸਲਾਧਾਰ ਬਰਸਾਤ ਹੋਵੇ ਤੇ ਸਾਰੀ ਫਸਲ ਜਿਹੜੀ ਹੈ ਬਰਬਾਦ ਹੋ ਜਾਵੇ। ਔਰ ਕਿਸਾਨਾਂ ਦੇ ਵੀ ਕਹਿਣਾ ਸੀ ਕਿ ਜ਼ਿਆਦਾਤਰ ਮੰਡੀਆਂ ਜਿਹੜੀਆਂ ਨੇ ਪਿੰਡਾਂ ਦੀਆਂ, ਖਾਸ ਤੌਰ ਤੇ ਉਹਨਾਂ ਤੇ ਛੱਤਾਂ ਨਹੀਂ ਹੈਗੀਆਂ, ਇਸ ਕਰਕੇ ਕੁਦਰਤੀ ਮਾਰ ਜਿਹੜੀ ਹੈ ਸਿੱਧੀ ਫਸਲ ਤੇ ਪੈਂਦੀ ਹੈ ਤੇ ਜ਼ਿਆਦਾ ਬਰਬਾਦੀ
ਹੋ ਰਹੀ ਹੈ, ਹੋ ਸਕਦੀ ਹੈ। ਸੋ ਇਸ ਕਰਕੇ ਜਿਹੜੀ ਹੈ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ। ਉਹ ਕਿਸਾਨ ਜਿਨ੍ਹਾਂ ਦੇ ਕੋਲ 1 ਕਿੱਲਾ 2 ਕਿੱਲਾ ਔਰ ਜ਼ਿਆਦਾ ਤੋਂ ਜ਼ਿਆਦਾ 3-4 ਕਿੱਲੇ, ਸੋ ਉਹ ਕਿਸਾਨ ਜ਼ਿਆਦਾ ਇਸ ਮਾਰ ਦੇ ਹੇਠ ਆਉਂਦੇ ਨੇ ਕਿਉਂਕਿ ਵੱਡਾ ਉਹਨਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ। ਸੋ ਉਸੇ ਦਰਖਾਸਤ ਕਹਿ ਸਕਦੇ ਹਾਂ ਜਾਂ ਫਿਰ ਜਿਸ ਤਰ੍ਹਾਂ ਦੇ ਨਾਲ ਅੱਜ ਧਰਨੇ ਹੋਏ, ਕਿਉਂਕਿ ਨਿਊਜ਼ 18 ਪੰਜਾਬ ਲਗਾਤਾਰ ਤੁਹਾਡੇ ਤੱਕ ਉਹ ਤਸਵੀਰਾਂ ਵਿਖਾ ਰਿਹਾ ਸੀ ਕਿ ਕਿਵੇਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਅੱਜ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਨਜ਼ਰ ਆਏ ਸੀ। ਸਵੇਰ ਵੇਲੇ ਤੋਂ ਉਹਨਾਂ ਦੇ ਵੱਲੋਂ ਟੈਂਟ ਲਾ ਕੇ ਉੱਥੇ ਦਰੀਆਂ ਵਿਛਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ। तो हो रही है और उसमें कहीं कोई दिक्कत नहीं जी। कल से वहाँ शुरू हो रहा है, कल से दोनों जगह हरियाणा और पंजाब दोनों जगह हम करने जा रहे हैं। सर धान की नमी को लेकर जिस तरीके से ऑब्जेक्शन था, पंजाब हरियाणा और पंजाब दोनों के लिए, क्योंकि दोनों का विशेष परिस्थिति है, इसलिए दोनों जगह के लिए है। धान की नमी को लेकर सर जिस तरीके से एफसीआई ने जी धान की नमी को लेकर एफसीआई ने जो ऑब्जेक्शन लगाया था उसमें किसी नहीं, प्रकार की देखो छूट दी गई है? वो तो नियम कानून और प्रक्रिया जो है वो सबके साथ होता है, पहले जैसे था वैसे रहेगा। ਸੋ ਇੱਕ ਤਸਵੀਰ ਜਿਹੜੀ ਹੈ ਤੁਹਾਡੇ ਤੱਕ ਪਹੁੰਚਾ ਰਹੀ ਸੀ ਪਹਿਲਾਂ ਕਿ ਕਿਸ ਤਰ੍ਹਾਂ ਦੇ ਨਾਲ ਪ੍ਰਦਰਸ਼ਨ ਸੀ ਤੇ ਹੁਣ ਵੀ ਸਿੱਧਾ ਚੱਲਦੇ ਫਰੀਦਕੋਟ। ਨਰੇਸ਼ ਸੇਠੀ ਨੇ ਸਾਡੇ ਨਾਲ ਜ਼ਿਆਦਾ ਗੱਲਬਾਤ ਲਈ। ਨਰੇਸ਼, ਇੱਕ ਚੰਗੀ ਖਬਰ ਕਹਿ ਸਕਦੇ ਹਾਂ ਕਿਸਾਨਾਂ ਦੇ ਲਈ ਆਈ ਹੈ, ਕੱਲ ਤੋਂ ਖਰੀਦ ਜਿਹੜੀ ਹੈ ਉਹ ਹੋ ਸਕੇਗੀ ਮੰਡੀਆਂ ਦੇ ਵਿੱਚ। ਜੀ ਨਰੇਸ਼, ਆਵਾਜ਼ ਆ ਪਾ ਰਹੀ ਹੈ ਮੇਰੀ ਤੁਹਾਡੇ ਤੱਕ ਔਰ ਜਾਨਣਾ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਖੁਸ਼ੀ ਜਿਹੜੀ ਹੈ ਉਹ ਕਿਸਾਨਾਂ ਨੂੰ ਹੋਈ ਹੈ ਕਿਉਂਕਿ ਇੱਕ ਵੱਡੀ ਚਿੰਤਾ ਦਾ ਬੋਝ ਜਿਹੜਾ ਉਹਨਾਂ ਦੇ ਸਿਰਾਂ ਤੋਂ ਲੱਥਾ ਹੈ। ਦੱਸਦੀ ਹੈ ਕਿ ਜਿਹੜਾ 1 ਅਕਤੂਬਰ ਤੋਂ ਪਹਿਲਾਂ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਝੋਨੇ ਦੀ ਖਰੀਦ ਸ਼ੁਰੂ ਹੋ ਜਾਏਗੀ, ਪਰ ਦੂਜੇ ਪਾਸੇ ਗੱਲ ਕਰੀਏ ਤਾਂ ਰਾਤੋਂ ਰਾਤ ਜਿਹੜਾ ਫੈਸਲਾ ਬਦਲ ਕੇ 11 ਤਰੀਕ ਤੋਂ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਗੱਲ ਕਰੀਏ ਕਿਸਾਨਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਕਿਉਂਕਿ 1 ਤਰੀਕ ਦੇ ਅਕੋਰਡਿੰਗ ਜਿਹੜਾ ਕਿਸਾਨ ਆਪਣੀ ਫਸਲ ਨੂੰ ਲੈ ਕੇ ਮੰਡੀਆਂ 'ਚ ਪਹੁੰਚ ਚੁੱਕੇ ਸੀ, ਪਰ ਦੂਜੇ ਪਾਸੇ ਇੱਥੇ ਮੰਡੀਆਂ 'ਚ ਕਿਸੇ ਤਰ੍ਹਾਂ ਦੇ ਪ੍ਰਬੰਧ ਨਹੀਂ ਸੀ ਔਰ ਸਰਕਾਰੀ ਖਰੀਦ ਨਾ ਹੋਣ ਦੇ ਚੱਲਦੇ ਪ੍ਰਾਈਵੇਟ ਮਿਲਰ ਜਿਹੜੇ ਘੱਟ ਬੋਲੀ ਲਗਾ ਕੇ ਉਹਨਾਂ ਦੇ ਘੱਟ ਰੇਟ ਲਗਾ ਕੇ ਜਿਹੜਾ ਉਹਨਾਂ ਦੀ ਫਸਲ ਖਰੀਦ ਰਹੇ ਸੀ ਔਰ ਮਜਬੂਰੀ ਬਸ ਕਿਸਾਨਾਂ ਨੂੰ ਆਪਣੀ ਫਸਲ ਜਿਹੜੀ ਉਹਨਾਂ ਨੂੰ ਦੇਣੀ ਪੈਂਦੀ ਸੀ ਕਿਉਂਕਿ 11 ਦਿਨ ਉਹਨਾਂ ਨੂੰ ਰੁਕਣਾ ਬਹੁਤ ਮੁਸ਼ਕਲ ਸੀ ਕਿ ਕਿਸਾਨ ਵੱਡੀ ਗਿਣਤੀ ਵਿੱਚ ਆਪਣੀ ਜਿਹੜੀ ਫਸਲ ਲੈ ਕੇ ਮੰਡੀਆਂ ਵਿੱਚ ਪਹੁੰਚ ਚੁੱਕੇ ਸੀਗੇ, ਪਰ 11 ਦਿਨ ਰੁਕਣਾ ਬਹੁਤ ਕਾਫੀ ਮੁਸ਼ਕਲ ਸੀ, ਜਿਸ ਤੋਂ ਬਾਅਦ ਉਹਨਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਔਰ ਕੇਂਦਰ ਸਰਕਾਰ ਦੇ ਖਿਲਾਫ ਕਾਫੀ ਜਿਹੜਾ ਪ੍ਰੋਟੈਸਟ ਕਰਨ ਦੀ ਵੀ ਤਿਆਰੀ ਕਿਸਾਨ ਕਰ ਚੁੱਕੇ ਸੀ। ਅੱਜ ਵਿਧਾਇਕਾਂ ਦੇ ਕੋਠੀਆਂ ਦਾ ਘਿਰਾਓ ਵੀ ਕੀਤਾ ਗਿਆ ਸੀਗਾ। ਕੁਝ ਆੜ੍ਹਤੀ ਸਾਡੇ ਨਾਲ ਜੁੜੇ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਸਰ, ਹੁਣ ਐਲਾਨ ਹੋ ਚੁੱਕਾ ਹੈ ਕਿ ਕੱਲ ਤੋਂ ਸ਼ਾਇਦ ਖਰੀਦ ਸ਼ੁਰੂ ਹੋ ਜਾਏਗੀ, ਕੇਂਦਰ ਸਰਕਾਰ ਨੇ ਐਲਾਨ ਕਿਸ ਤਰ੍ਹਾਂ ਦੇ ਹਾਲਾਤ ਸੀ ਇਸ ਤੋਂ ਪਹਿਲਾਂ? ਇਸ ਤੋਂ ਪਹਿਲਾਂ ਬੁਰੇ ਹਾਲਾਤ ਹੈ ਜੀ। ਫਸਲ ਮੰਡੀ ਭਰੀ ਹੋਈ ਹੈ ਜੀ, ਕੋਈ ਥਾਂ ਨਹੀਂ, ਕੋਈ ਬਾਰਦਾਨਾ ਨਹੀਂ ਹੈ। ਕਿਸਾਨ ਰੁਲ ਰਿਹਾ, ਨਾਲ ਆੜ੍ਹਤੀਆ ਖਰਾਬ ਹੋ ਰਿਹਾ। ਇੰਨੀ ਫਸਲ ਕਿੱਥੇ ਸਾਂਭੀ ਜਾਏਗੀ? ਉੱਤੋਂ ਪੱਕੀ ਫਸਲ ਤੇ ਮੀਂਹ ਪੈ ਗਿਆ ਤਾਂ ਕੌਣ ਜ਼ਿੰਮੇਵਾਰ ਹੋਏਗਾ? ਜਿਵੇਂ ਅੱਜ ਐਗਜ਼ਾਮਪਲ ਹੈ ਜੀ ਕਿ ਅੰਮ੍ਰਿਤਸਰ ਮੰਡੀ 'ਚ ਪਿਆ, ਉਸ ਛੱਪੜ ਬਣ ਗਿਆ ਜੀ ਸਾਰਾ, ਮਤਲਬ ਪੱਕੀ ਫਸਲ ਤੇ ਵੱਢਣ ਤੇ ਬਾਅਦ ਜੜ ਦੀ ਫਸਲ ਰੁਲ ਗਈ ਹੈ। ਅੱਜ ਤੱਕ ਇਤਿਹਾਸ ਨਹੀਂ ਹੋਇਆ ਵੀ 1 ਤਰੀਕ ਤੋਂ ਲੇਟ ਹੋਈ ਹੋਵੇ ਪੰਜਾਬ 'ਚ, ਅੱਜ ਤੱਕ ਨਹੀਂ ਹੋਇਆ। ਪਹਿਲਾਂ ਤਾਂ ਚਾਹੇ ਹੋ ਗਈ ਹੈ ਵੀ 25 ਤੋਂ ਹੋ ਗਈ ਹੈ, 26 ਤੋਂ ਹੋ ਗਈ ਹੈ, 27 ਤੋਂ ਹੋ ਗਈ ਹੈ, ਲੇਕਿਨ ਇੱਕ ਦੀ 11 ਨਹੀਂ ਕਦੇ ਹੋਈ। ਸਰਕਾਰਾਂ ਨੂੰ ਫਿਕਰ ਨਹੀਂ, ਨਾ ਕਿਸਾਨਾਂ ਦਾ ਨਾ ਪੰਜਾਬ ਦੇ ਲੋਕਾਂ ਦਾ, ਬੈਠੀਆਂ ਜੀ ਆਪਦੇ ਕਮਰਿਆਂ 'ਚ। ਕਿਸਾਨ ਲਗਾਤਾਰ ਜਿਹੜਾ ਇਲਜ਼ਾਮ ਲਗਾ ਰਹੇ ਸੀਗੇ ਕਿ ਜਿਹੜੇ ਪ੍ਰਾਈਵੇਟ ਮਿਲਰ ਖਰੀਦਦੇ ਨੇ ਉਹ 150 ਤੋਂ 200 ਰੁਪਏ ਘੱਟ ਕੁਇੰਟਲ ਤੱਕ ਜਿਹੜੀ ਖਰੀਦ ਕਰਦੇ ਤੇ ਉਹਨਾਂ ਦਾ ਵੱਡਾ ਨੁਕਸਾਨ ਜਿਹੜਾ ਕਿਸਾਨਾਂ ਦਾ ਹੁੰਦਾ। ਦੇਖੋ ਜੀ, ਜਿਹੜੇ ਤਾਂ ਜ਼ਿਆਦਾ ਖਰੀਦ ਘੱਟ ਕਰ ਰਹੇ, ਘੱਟ ਰੇਟਾਂ ਕਰ ਰਹੇ, ਉਹ ਤਾਂ ਬਹੁਤ ਮੱਦਭਾਗੀ ਗੱਲ ਹੈ, ਪਰ ਕਿਤੇ ਨਾ ਕਿਤੇ 6% ਠੀਕ ਹੈ ਨਰੇਸ਼, ਤੁਸੀਂ ਗੱਲਬਾਤ ਕੀਤੀ, ਬਹੁਤ ਬਹੁਤ ਸ਼ੁਕਰੀਆ ਫਿਲਹਾਲ ਜੁੜਨ ਦੇ ਲਈ ਔਰ ਤਸਵੀਰਾਂ तमाम ਵਿਖਾਉਣ ਦੇ ਲਈ। ਔਰ ਇੱਕ ਹੁਣ ਚਿੰਤਾ ਜਿਹੜੀ ਹੈ ਲੱਥੀ ਹੈ ਔਰ ਫਿਲਹਾਲ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਜਲਦੀ ਵਾਪਸ ਆਵਾਂਗੇ।